ਇਕਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਗੁਰਮੀਤ ਕੌਰ ਜੀ, ਜਿਹੜੇ ਜਿਨ੍ਹਾਂ ਨੂੰ ਆਪਾਂ ਸਾਰੇ ਹੀ ਭਲੀ ਭਾਂਤੀ ਜਾਣੂ ਆ ਔਰ ਸਮੇਂ-ਸਮੇਂ ਤੇ ਜਦੋਂ ਵੀ ਕਿਸੇ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਜ਼ਰੂਰ ਆ ਕੇ ਸਮਾਜ ਦੇ ਵਿੱਚ ਆਪਣਾ ਇੱਕ ਸੁਨੇਹਾ ਜ਼ਰੂਰ ਦਿੰਦੇ ਨੇ। ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ ਉਹ ਜੁੜੇ ਨੇ। ਗੁਰਮੀਤ ਕੌਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਕਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ। ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖ ਰਹੇ ਹਾਂ 3-4 ਦਿਨਾਂ ਤੋਂ ਜਿਹੜਾ ਮਾਹੌਲ ਜੋ ਵੀ ਹਾਲਾਤ ਪੈਦਾ ਹੋਏ ਨੇ, ਘਟਨਾਵਾਂ ਹੀ ਆਪਾਂ ਉਹਨਾਂ ਨੂੰ ਕਵਾਂਗੇ ਕਿ ਜਿਹੜੀਆਂ ਨਹੀਂ ਵਾਪਰਨੀਆਂ ਚਾਹੀਦੀਆਂ ਸੀ, ਵਾਪਰ ਰਹੀਆਂ ਨੇ। ਤੇ ਇਹਨਾਂ ਘਟਨਾਵਾਂ ਦੇ ਵਾਪਰਨ ਦਾ ਕਾਰਨ ਕੀ ਹੈ, ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਕੀ ਕਾਰਨ ਹੋ ਰਹੇ ਨੇ, ਇਹਨਾਂ ਦੀ ਰੂਟ ਤੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਰਮਨ, ਆ ਰਹੀ ਹੈ ਜੀ ਜੀ। ਔਰ ਜਿੱਦਾਂ ਆਪਾਂ ਦੱਸ ਦਈਏ ਕਿ ਕੋਈ ਵੀ ਜਿੱਦਾਂ ਇਹ ਘਟਨਾਵਾਂ ਵਾਪਰ ਰਹੀਆਂ ਨੇ, ਸਾਨੂੰ ਇਹਨਾਂ ਦੀ ਰੂਟ ਤੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਗੁਰਮੀਤ ਕੌਰ ਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਕਿਉਂਕਿ ਆਪਾਂ ਕੋਈ ਵੀ ਗੱਲ, ਕਿਸੇ ਵੀ ਗੱਲ ਨੂੰ ਲੈ ਕੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਦੀ ਨੀਂਹ ਤੱਕ, ਉਹਦੀ ਰੂਟ ਤੇ ਜਾਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਜਿਵੇਂ ਹੁਣ 2-3 ਦਿਨ ਤੋਂ ਘਟਨਾਵਾਂ ਵਾਪਰੀਆਂ ਨੇ, ਵੈਸੇ ਮਤਲਬ ਕਿ ਕਾਫੀ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਸਾਡੇ ਸਮਾਜ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੋ ਰਹੇ ਨੇ, ਪਰ ਆਪਾਂ ਫਿਰ ਉਸ ਹਾਲਾਤਾਂ ਤੇ, ਉਹਨਾਂ ਹਾਲਾਤਾਂ ਦੇ ਲਈ ਉਦੋਂ ਕਿਉਂ ਬੋਲਦੇ ਹਾਂ ਜਦੋਂ ਪਾਣੀ ਸਾਡੇ ਸਿਰਾਂ ਤੋਂ ਉੱਤੋਂ ਦੀ ਲੰਘ ਜਾਂਦਾ ਹੈ। ਕਿੰਨਾ ਜ਼ਰੂਰੀ ਹੈ ਸਾਨੂੰ ਰੂਟ ਤੇ ਜਾ ਕੇ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਉਹਨੂੰ ਸਮਝਣਾ ਕਿ ਇਹ ਹਾਲਾਤ ਪੈਦਾ ਹੋਣ ਦੇ ਕਾਰਨ ਕੀ ਨੇ, ਕਿਉਂ ਪੈਦਾ ਹੋ ਰਹੇ ਨੇ। ਰਮਨ, ਸਭ ਤੋਂ ਪਹਿਲੇ ਤੇ ਅਸੀਂ ਕਹਾਂਗੇ ਜੋ ਵੀ ਇਨਸੀਡੈਂਟ ਸਾਡੀ ਸੁਸਾਇਟੀ ਚ ਵਾਪਰ ਰਹੇ ਨੇ ਉਹ ਕਿਧਰੇ ਨਾ ਕਿਧਰੇ ਬਹੁਤ ਗਲਤ ਹਨ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਨੁਕਸਾਨ ਹੋ ਸਕਦਾ ਹੈ ਇਸ ਦੇ ਕਾਰਨ। ਔਰ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਾਂ ਗਵਰਨਮੈਂਟ ਹੈ, ਉਹਨਾਂ ਨੂੰ ਜਲਦ ਤੋਂ ਜਲਦ ਇਸ ਵਿੱਚ ਇੰਟਰਵੀਨ ਕਰਨਾ ਚਾਹੀਦਾ ਹੈ। ਦੇਖਣਾ ਚਾਹੀਦਾ ਕਿ ਇਹ ਹਾਲਾਤ ਕਿਉਂ ਬਣ ਰਹੇ ਨੇ। ਔਰ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਜੜ੍ਹਾਂ ਤੱਕ ਜਾਣ ਦੀ ਜ਼ਰੂਰਤ ਹੈ, ਉਹ ਸਾਨੂੰ ਜੜ੍ਹਾਂ ਤੱਕ ਤੇ ਅਸੀਂ ਸਮਝ ਰਹੇ ਹਾਂ ਕਿ ਸਾਡੀਆਂ ਕਮੀਆਂ ਕਿੱਥੇ ਨੇ। ਉਹ ਕਿਸੇ ਵਿੱਚ ਕਮੀਆਂ ਨਹੀਂ ਨੇ, ਉਹ ਸਾਡੇ ਵਿੱਚ ਹੀ ਕਮੀਆਂ ਨੇ। ਬਿਕਾਜ਼ ਜਿਹੜੀ ਗੱਲ ਮੈਂ ਹੁਣ ਕਰਾਂਗੀ ਸ਼ਾਇਦ ਸਾਡੇ ਦਰਸ਼ਕਾਂ ਨੂੰ ਅੱਛੀ ਵੀ ਨਾ ਲੱਗੇ, ਕੁਝ ਲੋਕ ਕਹਿਣ ਨਹੀਂ ਜੀ ਇਹ ਗਲਤ ਹੈ। ਕਿਧਰੇ ਨਾ ਕਿਧਰੇ ਸਟਾਰਟਿੰਗ ਚੋਂ ਹੀ ਸਾਨੂੰ ਆਪਣੇ ਬੱਚਿਆਂ ਨੂੰ ਐਸੇ ਸੰਸਕਾਰ ਦੇਣੇ ਚਾਹੀਦੇ ਨੇ, ਐਸੀ ਮੋਰਲ ਵੈਲਿਊਜ਼ ਦੇਣੀ ਚਾਹੀਦੀਆਂ, ਆਪਣੇ ਧਰਮ ਨਾਲ ਜੋੜਨਾ ਚਾਹੀਦਾ ਹੈ। ਔਰ ਇਨਫੈਕਟ ਦੱਸਣਾ ਚਾਹੀਦਾ ਕਿ ਸਾਡੇ ਧਰਮ ਨੇ ਸਾਨੂੰ ਕੀ ਸਿਖਾਇਆ ਹੈ, ਸਾਡੀ ਧਰਮ ਦੀ ਲਿਮਿਟੇਸ਼ਨਸ ਕਿੱਥੇ ਤੱਕ ਨੇ, ਸਾਡੇ ਧਰਮ ਦਾ ਦਾਇਰਾ ਕਿੱਥੇ ਤੱਕ ਹੈ। ਕਿਉਂਕਿ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ, ਆਪਣੇ ਵਿਰਸੇ, ਆਪਣੇ ਟ੍ਰੈਡੀਸ਼ਨ ਨਾਲ ਨਹੀਂ ਜੋੜਾਂਗੇ, ਬੱਚੇ ਆਪਣੇ ਕਿਸੇ ਵੀ ਧਰਮ ਨਾਲ ਨਹੀਂ ਜੋੜਨਗੇ। ਇਹ ਸਿਰਫ ਮੈਂ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰ ਰਹੀ, ਮੈਂ ਹਰ ਇੱਕ ਕਮਿਊਨਿਟੀ ਦੀ ਗੱਲ ਕਰ ਰਹੀ ਹਾਂ। ਔਰ ਕਿਸੇ ਵੀ ਧਰਮ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਕਿਸੇ ਨਾਲ ਗਲਤ ਕਰੋ, ਕਿਸੇ ਦੇ ਖਿਲਾਫ ਜਾਓ, ਕਿਸੇ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਓ। ਕਿਧਰੇ ਨਾ ਕਿਧਰੇ ਜਿੱਥੇ ਗਲਤੀਆਂ ਨੇ ਉਹ ਸਾਡੀਆਂ ਨੇ, ਇਨਸਾਨਾਂ ਦੀਆਂ ਨੇ। ਧਰਮ ਕਿਸੇ ਨੂੰ ਕਦੇ ਗਲਤ ਨਹੀਂ ਸਿਖਾਉਂਦਾ, ਨਾ ਹੀ ਕਿਸੇ ਗੀਤਾ ਚ, ਕੁਰਾਨ ਚ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਕਿ ਤੁਸੀਂ ਕਿਸੇ ਦੇ ਇਮੋਸ਼ਨਸ ਨੂੰ ਹਰਟ ਕਰੋ ਜਾਂ ਕਿਸੇ ਨਾਲ ਗਲਤ ਕਰੋ। ਤੇ ਸਾਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਐਸੇ ਸੰਸਕਾਰ ਦੇਣੇ ਦੀ, ਆਪਣੇ ਘਰਾਂ ਵਿੱਚ ਐਸਾ ਮਾਹੌਲ ਬਣਾਉਣ ਦੀ ਕਿ ਬੱਚੇ ਆਪਣਾ ਵਿਰਸਾ ਸਿੱਖ ਸਕਣ। ਬਿਲਕੁਲ, ਤੁਸੀਂ ਬਿਲਕੁਲ ਇਹ ਗੱਲ ਕਹੀ ਹੈ ਕਿ ਰੂਟਸ ਉਹੀ ਹੁੰਦੀਆਂ ਨੇ ਜੜ੍ਹਾਂ ਤੱਕ। ਬੱਚੇ ਨੂੰ ਵੀ ਆਪਣੇ ਧਰਮ ਦੇ ਨਾਲ ਇੰਨਾ ਪੱਕਾ, ਇੰਨਾ ਮਜ਼ਬੂਤ। ਦੇਖੋ ਗੁਰਮੀਤ ਕੌਰ ਜੀ, ਆਪਾਂ ਇੱਕ ਗੱਲ ਕਹਿੰਦੇ ਆ, ਬੱਚੇ ਨੂੰ ਹਮੇਸ਼ਾ ਆਪਾਂ ਇਹ ਸਿਖਾਉਂਦੇ ਆ, ਬੱਚਾ ਦੇਖਦਾ, ਦੇਖੋ ਜਿਸ ਧਰਮ ਦੇ ਵਿੱਚ ਬੱਚਾ ਪੈਦਾ ਹੋਏਗਾ ਉਹਦੇ ਦਿਮਾਗ ਦੇ ਵਿੱਚ ਸਿਰਫ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਮੈਂ ਸਿੱਖ ਧਰਮ ਚ ਪੈਦਾ ਹੋਇਆ ਜਾਂ ਮੈਂ ਮੁਸਲਿਮ ਧਰਮ ਚ ਪੈਦਾ ਹੋਇਆ ਜਾਂ ਮੈਂ ਹਿੰਦੂ ਧਰਮ ਚ ਪੈਦਾ ਹੋਇਆ। ਉਸਨੂੰ ਇਹ ਆਪਣੀ ਮਤਲਬ ਧਰਮ ਦੇ ਬਾਰੇ ਇੰਨੀ ਜਾਣਕਾਰੀ ਹੋਣੀ ਚਾਹੀਦੀ ਕਿ ਮੇਰਾ ਧਰਮ ਹੈ ਕੀ। ਇਹ ਨਹੀਂ ਕਿ ਸਿਰਫ ਆਇਡੈਂਟੀਫਿਕੇਸ਼ਨ ਨਹੀਂ ਸਿਖਾਉਣੀ ਅਸੀਂ ਬੱਚੇ ਨੂੰ, ਸਿਰਫ ਇੱਕ ਆਇਡੈਂਟੀਟੀ ਨਹੀਂ ਦੇਣੀ ਕਿ ਤੂੰ ਇਸ ਧਰਮ ਦੇ ਵਿੱਚ ਹੈ ਤੇ ਤੂੰ ਇਸ ਤਰ੍ਹਾਂ ਦੇ ਨਾਲ ਵਿਚਰਨਾ। ਤੈਨੂੰ ਮਤਲਬ ਕਹਿ ਦਿੱਤਾ ਗਿਆ ਕਿ ਤੇਰੇ ਨਾਮ ਦੇ ਪਿੱਛੇ ਇਹ ਲੱਗਦਾ ਤੇ ਤੂੰ ਇਹ ਆ, ਪਰ ਮੇਰੇ ਨਾਮ ਦੇ ਪਿੱਛੇ ਲੱਗਦਾ ਕਿਉਂ ਹੈ? ਬੱਚੇ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਮੇਰੇ ਨਾਮ ਦੇ ਪਿੱਛੇ ਅਗਰ ਸਿੰਘ ਲੱਗਦਾ ਤੇ ਸਿੰਘ ਦਾ ਮਤਲਬ ਕੀ ਹੈ। ਜੇ ਇੱਕ ਧੀ ਨੂੰ ਪਤਾ, ਇੱਕ ਬੇਟੀ ਨੂੰ ਪਤਾ ਮੇਰੇ ਨਾਮ ਦੇ ਪਿੱਛੇ ਕੌਰ ਲੱਗਦਾ, ਕੌਰ ਦਾ ਮਤਲਬ ਕੀ ਹੈ। ਜਦੋਂ ਤੱਕ ਅਸੀਂ ਬੱਚਿਆਂ ਨੂੰ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਦੋਂ ਤੱਕ ਅਸੀਂ ਬੱਚਿਆਂ ਨੂੰ ਦੱਸਾਂਗੇ ਨਹੀਂ ਕਿ ਮੇਰਾ ਧਰਮ ਕੀ ਹੈ, ਮੈਂ ਸਿੱਖ ਹਾਂ ਤਾਂ ਮੇਰੇ ਸਿੱਖ ਹੋਣ ਦੀ ਅਹਿਮੀਅਤ ਕੀ ਹੈ, ਅਸੀਂ ਬੱਚੇ ਨੂੰ ਟਾਈਮ ਤੇ ਦੱਸੋ ਕਿ ਤੂੰ ਸਿੱਖ ਹੈ, ਤੂੰ ਕਿੰਨਾ ਮਤਲਬ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਕਿ ਤੂੰ ਸਿੱਖ ਹੈ, ਕਿ ਤੂੰ ਸਿੱਖ ਫੈਮਿਲੀ ਦੇ ਵਿੱਚ ਬੱਚਾ ਪੈਦਾ ਹੋਇਆ। ਉਹਨੂੰ ਹਰ ਟਾਈਮ ਹੀ ਸਿਖਾਉਂਦੇ ਰਹਿਣਾ ਚਾਹੀਦਾ ਹੈ, ਉਸਨੂੰ ਹਰ ਟਾਈਮ ਗੁਰਬਾਣੀ ਦੇ ਨਾਲ
ਲੇਕਿਨ ਇਹ ਰਿਸਪੌਂਸਿਬਿਲਿਟੀ ਕਿਹਦੀ ਬਣ ਜਾਂਦੀ? ਦੇਖੋ ਇੱਕ ਤੇ ਬਣ ਗਈ ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਤੇ ਹੋਗੀ ਮਾਪਿਆਂ ਦੀ, ਤਾਂ ਪਰ ਦੂਸਰੀ ਉਸ ਤੋਂ ਬਾਅਦ ਅਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਹਨਾ। ਸੁਸਾਇਟੀ ਦੇ ਵਿੱਚ ਕੋਈ ਵੀ ਬੰਦਾ ਅਗਰ ਆਖੇ ਕਿ ਮੇਰੇ ਇੱਕ ਬੰਦੇ ਦੇ ਜਾਣ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਲੇਕਿਨ ਇੱਥੇ ਇਹ ਗੱਲ ਸਾਨੂੰ ਜ਼ਰੂਰ ਸੋਚਣੀ ਪਏਗੀ ਕਿ ਜਦੋਂ ਇੱਕ ਸੁਸਾਇਟੀ ਦੇ ਵਿੱਚ ਇੱਕ ਬੰਦਾ, ਦੋ ਬੰਦਾ, ਤਿੰਨ ਬੰਦੇ, 10 ਬੰਦੇ ਮਿਲਦੇ ਨੇ ਤਾਂ ਇੱਕ ਸਮਾਜ ਬਣਦਾ ਹੈ। ਤਾਂ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਤਾਂ ਸਮਾਜ ਦੇ ਵਿੱਚ ਕਈਆਂ ਨੂੰ ਆਪਾਂ ਜ਼ਿੰਮੇਵਾਰ ਲੋਕ ਵੀ ਤਾਂ ਸਮਝਦੇ ਹਾਂ ਨਾ, ਲੇਕਿਨ ਉਹ ਜ਼ਿੰਮੇਵਾਰ ਲੋਕ ਕਿਹੜੇ ਨੇ, ਕਿਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਮਾਜ ਦੇ ਵਿੱਚ? ਦੇਖੋ ਸਭ ਤੋਂ ਪਹਿਲੇ ਤੇ ਅਸੀਂ ਕਿਸੇ ਨੂੰ ਕਹਾਂਗੇ ਕਿ ਕਿਸੇ ਦੀ ਰਿਸਪੌਂਸਿਬਿਲਟੀ ਬਣਦੀ ਹੈ, ਉਹ ਅਸੀਂ ਕਹਾਂਗੇ ਗਲਤ ਹੈ। ਕਿਉਂਕਿ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਅਸੀਂ ਵਿਚਰਦੇ ਹਾਂ, ਸਭ ਤੋਂ ਪਹਿਲੇ ਬੱਚਿਆਂ ਦੇ ਕੋਲ ਰਹਿੰਦੇ ਨੇ ਉਹਦੇ ਮਾਪਿਓ, ਠੀਕ ਹੈ। ਜੋ ਬਿਲਕੁਲ ਘਰ ਦਾ ਮਾਹੌਲ ਹੋਏਗਾ ਬੱਚੇ ਉੱਥੋਂ ਸਿੱਖਣਗੇ। ਤੇ ਰਹੀ ਸੈਕੰਡ ਰਿਸਪੌਂਸਿਬਿਲਟੀ, ਉਹ ਉਹਨਾਂ ਲੋਕਾਂ ਦੀ ਬਣਦੀ ਹੈ ਜਿਹੜੇ ਸੋਸ਼ਲ ਸਰਵਿਸ ਕਰਦੇ ਨੇ, ਜਿਹੜੇ ਸਾਡੇ ਕੌਮ ਦੇ ਨੁਮਾਇੰਦਾਰ ਬਣਦੇ ਨੇ, ਔਰ ਜਿਹੜੇ ਸਾਡੇ ਲੋਕ ਜਿਹੜੇ ਉਹ ਵਾਲੇ ਲੋਕ ਜਿਹੜੇ ਸਾਡੇ ਵਿੱਚ ਵਿਚਰਦੇ ਨੇ, ਜਿਨ੍ਹਾਂ ਨੂੰ ਸ਼ੌਂਕ ਹੈ ਸਮਾਜ ਦੀ ਸੇਵਾ ਕਰਨ ਦਾ। ਇਹ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਗਰ ਦਿਲੋਂ ਅਸੀਂ ਰਿਸਪੌਂਸਿਬਿਲਟੀ ਨਿਭਾਵਾਂਗੇ, ਅਵੇਅਰਨੈਸ ਦੇਵਾਂਗੇ ਕਿ ਕਿਸ ਤਰ੍ਹਾਂ ਕਰਨਾ ਹੈ, ਤਾਂ ਹੀ ਅਸੀਂ ਕਿਸੇ ਮੁਕਾਮ ਤੇ ਪਹੁੰਚਾਂਗੇ ਨਾ। ਅਗਰ ਅਸੀਂ ਸੋਚਾਂਗੇ ਨਹੀਂ ਮੇਰੇ ਜਾਣ ਨਾਲ ਤੇ ਉਹਦੇ ਜਾਣ ਨਾਲ ਫਰਕ ਨਹੀਂ ਪੈਂਦਾ, ਜਾਂ ਮੇਰੇ ਜਾਣ ਨਾਲ ਇਹ ਚੀਜ਼ ਇੰਪਰੂਵ ਨਹੀਂ ਹੋਣੀ, ਤੇ ਉਹ ਕਿਧਰੇ ਨਾ ਕਿਧਰੇ ਅਸੀਂ ਗਲਤ ਹਾਂ। ਸਾਨੂੰ ਸਾਰਿਆਂ ਨੂੰ ਇੱਕ ਹੋ ਕੇ, ਅਗਰ ਅਸੀਂ ਕਿਸੇ ਚੀਜ਼ ਦਾ, ਕਿਸੇ ਬੁਰਾਈ ਨਾਲ ਲੜਨਾ ਹੈ, ਤੇ ਸਭ ਤੋਂ ਪਹਿਲੇ ਸਾਨੂੰ ਉੱਥੇ ਇੱਕ ਹੋਣਾ ਪਏਗਾ। ਬਿਕਾਜ਼ ਅਗਰ ਇਨਸਾਨ ਇਕੱਲਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਮੁਸ਼ਕਿਲ ਹੁੰਦਾ ਹੈ, ਜਦੋਂ ਇੱਕ ਮੁੱਠ ਹੋ ਜਾਏ ਤੇ ਉਹ ਮੈਨੂੰ ਲੱਗਦਾ ਜ਼ਿਆਦਾ ਬੈਟਰ ਰਹਿੰਦਾ ਹੈ। ਕਿਉਂਕਿ ਦੇਖੋ ਜਿੱਦਾਂ ਤੁਸੀਂ ਬਿਲਕੁਲ ਇਹ ਗੱਲ ਕੀ ਹੈ ਕਿ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਸੁਸਾਇਟੀ ਦੇ ਵਿੱਚ, ਹਰ ਇੱਕ ਬੰਦਾ ਸਮਾਜ ਦੇ ਪ੍ਰਤੀ ਆਪਣਾ ਫਰਜ਼ ਸਮਝੇਗਾ, ਆਪਣੀ ਕੌਮ ਦੇ ਲਈ। ਇਹ ਨਹੀਂ ਕਿ ਅਸੀਂ ਦੋ ਚਾਰ ਬੰਦਿਆਂ ਨੂੰ ਆਪਣੀ ਕੌਮ ਦੀ ਕਮਾਨ ਫੜਾ ਦਈਏ ਕਿ ਤੁਸੀਂ ਹੀ ਜਿੱਦਾਂ ਕਰੋਗੇ ਅਸੀਂ ਤੁਹਾਡੇ ਪਿੱਛੇ ਪਿੱਛੇ। ਹਰ ਇੱਕ ਦਾ ਦਿਮਾਗ ਆਪਣਾ ਆਪਣਾ, ਹਨਾ, ਬਿਲਕੁਲ ਹੋਣਾ ਚਾਹੀਦਾ। ਲੇਕਿਨ ਸਮਾਜ ਦੇ ਵਿੱਚ ਕਈਆਂ ਨੂੰ ਆਪਾਂ ਸਮਝਦੇ ਹਾਂ ਕਿ ਕਈਆਂ ਤੇ ਆਪਾਂ ਬਹੁਤ ਜ਼ਿਆਦਾ ਟਰਸਟ ਕਰਦੇ ਹਾਂ, ਸਾਨੂੰ ਇਹ ਲੱਗਦਾ ਕਿ ਅਗਰ ਇਹ ਇਨਸਾਨ ਕੋਈ ਗੱਲ ਕਹਿ ਰਿਹਾ ਤਾਂ ਉਹ ਬਿਲਕੁਲ ਠੀਕ ਹੀ ਹੋਏਗੀ। ਪਰ ਇੱਥੇ ਇਹ ਹੈ ਕਿ ਮਤਲਬ ਕਿਉਂ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬਾਅਦ ਦੇ ਵਿੱਚ ਰਿਅਲਾਈਜ਼ ਕਰਦੇ ਹਾਂ, ਜਦੋਂ ਬਹੁਤ ਜ਼ਿਆਦਾ ਸਾਡੇ ਨਾਲ ਹੋ ਜਾਂਦਾ ਹੈ, ਗਲਤ ਹੋ ਜਾਂਦਾ ਹੈ। ਲੇਕਿਨ ਗੁਰਮੀਤ ਜੀ ਦੇਖੋ, ਜਿਸ ਤਰ੍ਹਾਂ ਕੇ ਨਾਲ ਆਪਾਂ ਕਹਿੰਦੇ ਆ ਕਿ ਬਾਅਦ ਵਿੱਚ ਆਪਾਂ ਕਿੰਨਾ ਰੌਲਾ ਵੀ ਪਾਉਂਦੇ ਹਾਂ, ਸਾਰੀਆਂ ਗੱਲਾਂ ਵੀ ਹੁੰਦੀਆਂ ਨੇ, ਹਨਾ, ਕਿ ਚਲੋ ਕਹਿੰਦੇ ਨੇ ਕਿ ਭਾਵੇਂ ਹੁਣ ਹੀ ਆਪਾਂ ਨੂੰ ਸਮਝ ਆ ਜਾਵੇ, ਲੇਕਿਨ ਸਮਝ ਆਉਣੀ ਤੇ ਬਹੁਤ ਜ਼ਰੂਰੀ ਹੈ ਕਿ ਕਿੰਨਾ ਕਾਰਨਾਂ ਦੇ ਕਰਕੇ ਇਹ ਹੋ ਰਿਹਾ। ਤੇ ਲੇਕਿਨ ਉਸਦੇ ਬਾਅਦ ਵੀ ਤੁਹਾਨੂੰ ਕਿੰਨਾ ਲੱਗਦਾ ਕਿ ਰੂਟ ਤੱਕ ਜਾਣ ਦੀ ਬਜਾਏ, ਮਤਲਬ ਕਿ ਇਸ ਗੱਲ ਨੂੰ ਸਮਝਣ ਦੀ ਬਜਾਏ ਇਸ ਨੂੰ ਦੂਜੇ ਪਾਸੇ ਐਵੇਂ ਗੱਲ ਨੂੰ ਮੋੜ ਕੇ ਤਰੋੜ ਕੇ ਕਿਸੇ ਹੋਰ ਪਾਸੇ ਹੀ ਲਿਜਾਣ ਦੀਆਂ ਗੱਲਾਂ ਨੂੰ ਕਿਉਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ? ਇਹ ਗੱਲ ਤੁਸੀਂ ਸਮਝਦੇ ਹੋ ਕਿ ਹਾਂਜੀ। ਮਤਲਬ ਗੱਲ ਜੋ ਹੋਣੀ ਚਾਹੀਦੀ ਸੀ ਉਹ ਉਸ ਤਰੀਕੇ ਦੇ ਨਾਲ ਨਹੀਂ ਹੋਈ। ਪਰ ਜੋ ਗੱਲ ਨਹੀਂ ਹੋਣੀ ਚਾਹੀਦੀ ਸੀ, ਆਪਾਂ ਕਹਿੰਦੇ ਹਾਂ ਸਮਾਜ ਦੇ ਵਿੱਚ ਭਾਈਚਾਰਾ ਮਤਲਬ ਕਿ ਕਾਇਮ ਰਹਿਣਾ ਚਾਹੀਦਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਡਾ ਸਮਾਜ ਆ, ਇਹ ਸਾਡਾ ਗੁਲਦਸਤਾ, ਭਾਈਚਾਰਾ ਆਪਸ ਦੇ ਵਿੱਚ ਕਾਇਮ ਰਹਿਣਾ ਚਾਹੀਦਾ। ਲੇਕਿਨ ਭਾਈਚਾਰੇ ਨੂੰ ਕਾਇਮ ਰੱਖਣ ਦੀ ਬਜਾਏ ਇਸ ਚੀਜ਼ ਨੂੰ ਕਿਸੇ ਹੋਰ ਪਾਸੇ ਹੀ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਤੁਸੀਂ ਇਸ ਗੱਲ ਦੇ ਕੀ ਕਹਿੰਦੇ ਹੋ? ਦੇਖੋ ਰਮਨ, ਜਦੋਂ ਵੀ ਕੋਈ ਇਨਸੀਡੈਂਸ ਹੁੰਦਾ ਹੈ ਸੁਸਾਇਟੀ ਵਿੱਚ, ਬੁਰਾ ਅੱਛਾ ਹੁੰਦਾ ਹੈ, ਤੇ ਉਦੋਂ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਨਾਲ ਨਾਲ ਚੱਲਦੀ ਹੈ। ਹਰ ਜੀ ਬਿਲਕੁਲ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਤੇ ਉਹੀ ਚੀਜ਼ਾਂ ਇਸ ਵਾਰੀ ਵੀ ਇਨਸੀਡੈਂਟਸ ਜਿਹੜੇ ਹੋਏ ਨੇ ਨਾ, ਉਹ ਦੇਖਣ ਨੂੰ ਮਿਲੀਆਂ ਹਨ। ਜਿੱਥੇ ਜੀ ਪੋਜ਼ਿਟਿਵਿਟੀ ਸੀ ਉੱਥੇ ਹੀ ਨੈਗੇਟਿਵਿਟੀ ਸੀ। ਤੁਸੀਂ ਦੇਖਿਆ ਹੋਣਾ ਕਿੰਨੇ ਸਾਰੇ ਲੋਕਾਂ ਨੇ ਰੌਂਗ ਕਮੈਂਟਸ ਵੀ ਕੀਤੇ, ਬਹੁਤ ਸਾਰੀਆਂ ਐਸੀਆਂ ਗੱਲਾਂ ਆਈਆਂ। ਅਸੀਂ ਉਹਨਾਂ ਨੂੰ ਹੁਣ ਰਿਪੀਟ ਨਹੀਂ ਕਰਨਾ, ਕਿਉਂਕਿ ਅਗਰ ਅਸੀਂ ਉਹਨਾਂ ਨੂੰ ਰਿਪੀਟ ਕਰਾਂਗੇ ਤੇ ਸਾਡੇ ਵਿੱਚ ਤੇ ਉਹਨਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਰਹੇਗਾ। ਸਾਡੇ ਬਿਲਕੁਲ ਕਹਿਣ ਦਾ ਮਤਲਬ ਇਹ ਹੈ, ਅਗਰ ਕਿਸੇ ਨੇ ਵੀ ਕੁਝ ਗਲਤ ਕੀਤਾ ਹੈ, ਉਹ ਕਿਸੇ ਵੀ ਕਮਿਊਨਿਟੀ ਦਾ ਬੱਚਾ ਹੈ, ਬੱਚੀ ਹੈ, ਜੋ ਵੀ ਹੈ, ਪਹਿਲੇ ਤੇ ਉਹ ਜਿਹੜਾ ਕਲਪਰੇਟ ਹੈ ਉਸਨੂੰ, ਜਿਹੜੀ ਗਵਰਨਮੈਂਟ ਹੈ, ਸਰਕਾਰਾਂ ਨੇ, ਐਡਮਿਨਿਸਟ੍ਰੇਸ਼ਨ, ਉਹ ਸਟ੍ਰਿਕਟਲੀ ਤੋਂ ਸਟ੍ਰਿਕਟਲੀ ਪਨਿਸ਼ਮੈਂਟ ਉਹਦੇ ਵਾਸਤੇ ਰੱਖੇ। ਦੂਸਰਾ ਬਿਲਕੁਲ ਇਹ ਹੁੰਦਾ ਹੈ ਕਿ ਅਗਰ ਅਸੀਂ ਆਪਣਾ ਭਾਈਚਾਰਾ ਬਰਕਰਾਰ ਰੱਖਣਾ ਹੈ, ਤੇ ਸਾਨੂੰ ਜਿਹੜੇ ਕੁਝ ਐਲੀਮੈਂਟਸ ਐਸੇ ਹੁੰਦੇ ਨੇ ਰਮਨ, ਕਿ ਕੁਝ ਸੁਸਾਇਟੀ ਵਿੱਚ, ਸਕੂਲ ਤੁਸੀਂ ਦੇਖ ਲਓ, ਕਿਧਰੇ ਨਾ ਕਿਧਰੇ ਕੁਝ, ਅਗਰ ਸਾਰਾ ਸਟਾਫ ਅੱਛਾ ਹੈ ਨਾ, ਦੋ ਚਾਰ ਲੋਕ ਐਸੇ ਹੋਣਗੇ ਜਿਹੜਾ ਮਿਸਅੰਡਰਸਟੈਂਡਿੰਗ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੀ ਜੀ ਉਹੀ ਹਾਲਾਤ ਜੀ ਸਾਡੇ ਜੰਮੂ ਕਸ਼ਮੀਰ ਵਿੱਚ ਬਣੇ ਨੇ। ਜਿਹੜਾ ਇਹ ਐਪੀਸੋਡ ਹੋਇਆ, ਇਹਨੂੰ ਨਾ ਬੜਾ ਟਰੈਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਦੂਸਰੀ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ। ਬਟ ਮੈਂ ਜੰਮੂ ਕਸ਼ਮੀਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜੰਮੂ ਕਸ਼ਮੀਰ ਨੇ ਬਹੁਤ ਸਮਝਦਾਰੀ ਨਾਲ ਚੱਲਿਆ। ਔਰ ਮੇਰਾ ਵੀ ਇਹੀ ਮੈਸੇਜ ਸੀ ਕਿ ਕੁਝ ਜਿਹੜੇ ਐਲੀਮੈਂਟਸ ਹਨ ਸਾਡੀ ਸੁਸਾਇਟੀ ਵਿੱਚ, ਉਹ ਸੁਸਾਇਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਅਸੀਂ ਆਪਣੇ ਸੋਚ ਸਮਝ ਨਾਲ ਚੱਲਣਾ, ਆਪਣਾ ਭਾਈਚਾਰਾ ਨਹੀਂ ਖਰਾਬ ਕਰਨਾ। ਇੱਕ ਇਨਸਾਨ ਦੀ ਗਲਤੀ ਨੂੰ ਅਸੀਂ ਪੂਰੀ ਕਮਿਊਨਿਟੀ ਨੂੰ ਜਾਂ ਪੂਰੇ ਸਮਾਜ ਨੂੰ ਬਲੇਮ ਨਹੀਂ ਕਰ ਬਿਲਕੁਲ ਸਕਦੇ।
ਬਿਲਕੁਲ। ਜੀ ਔਰ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਰੱਖਦੇ ਹੋ ਕਿ ਜਿੱਦਾਂ ਇਹ ਸਾਡੇ ਜਦੋਂ ਸਾਡੇ ਸਮਾਜ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਦੀ ਗੱਲ ਕਰੀਏ, ਚਾਹੇ ਕਿਸੇ ਵੀ ਕਮਿਊਨਿਟੀ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਹੈ, ਤਾਂ ਉਸਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਇੱਕ ਕਮਿਊਨਿਟੀ ਵਿੱਚ ਸੁਲਝਾਉਣ ਦੀ ਬਜਾਏ ਤੁਹਾਨੂੰ ਕੀ ਲੱਗਦਾ ਉਹਨੂੰ ਸਾਨੂੰ ਏਦਾਂ ਬਾਹਰ ਮਤਲਬ ਉਹਨੂੰ ਕਰਨਾ ਚਾਹੀਦਾ, ਜਾਂ ਸਾਡੀ ਕਮਿਊਨਿਟੀ ਦੀ ਗੱਲ ਆ, ਆਪਸ ਦੇ ਵਿੱਚ ਪਹਿਲਾਂ ਮਸ਼ਵਰਾ ਕਰੋ, ਆਪਸ ਦੇ ਵਿੱਚ ਬੈਠ ਕੇ ਗੱਲ ਕਰੋ। ਠੀਕ ਹੈ, ਜਿਨ੍ਹਾਂ ਤੇ ਬੀਤੀ ਆਪਾਂ ਉਹਨਾਂ ਨੂੰ ਸਮਝ ਸਕਦੇ ਕਿ ਅਸੀਂ ਵੀ ਸਿੱਖਾਂ ਦੀਆਂ ਧੀਆਂ ਵਾ, ਸਾਨੂੰ ਪਤਾ ਸਾਡੀ ਕੌਮ ਕੀ ਹੈ, ਸਾਨੂੰ ਪਤਾ ਸਾਡੀਆਂ ਸ਼ਹੀਦੀਆਂ ਕੀ ਨੇ, ਸਾਡੀਆਂ ਕੁਰਬਾਨੀਆਂ ਕੀ ਨੇ। ਪਰ ਇਹ ਇੱਥੇ ਤੇ ਚਲੋ ਇਹ ਗੱਲ ਦੂਜੀ ਰਹਿ ਗਈ ਕਿ ਅਸੀਂ ਸਿਖਾਉਂਦੇ ਹੀ ਨਹੀਂ ਬੱਚਿਆਂ ਨੂੰ, ਪਹਿਲੀ ਗੱਲ ਤੇ ਅਸੀਂ ਜੜ੍ਹਾਂ ਮਜ਼ਬੂਤ ਕਰਦੇ ਨਹੀਂ ਰੂਟਸ ਤੱਕ। ਦੂਜੀ ਗੱਲ ਇਹ ਹੈ ਕਿ ਅਗਰ ਅਸੀਂ ਸਾਡੇ ਘਰ ਦੀ ਗੱਲ ਆ, ਸਾਡੇ ਪਰਿਵਾਰ ਦੀ ਗੱਲ ਆ, ਸਾਡੇ ਸਮਾਜ ਦੀ ਗੱਲ ਆ, ਸਾਡੀ ਕਮਿਊਨਿਟੀ ਦੀ ਗੱਲ ਆ, ਜੇਕਰ ਇਸ ਨੂੰ ਸੋਚ ਕੇ ਗੱਲ ਨੂੰ ਰਾਬਤਾ ਕਰਕੇ ਆਪਸ ਦੇ ਵਿੱਚ ਬੈਠ ਕੇ ਸੁਲਝਾਇਆ ਜਾਵੇ, ਤੁਸੀਂ ਕੀ ਕਹਿੰਦੇ ਹੋ ਕਿ ਇਸ ਗੱਲ ਤੇ ਕਿੰਨਾ ਸਾਨੂੰ ਵਿਚਾਰ ਕਰਨਾ ਚਾਹੀਦਾ? देखिए रमन जी गल पहले ते हो गई सो हो गई बिकॉज कुछ ऐसे हालात बने कोई ऐसे सरकमस्टांसिस बने उन्हां हालातां दा शायद सानू अगे बेनिफिट हो जाए ते रही आने वाले समय की गल क्योंकि जिहड़ा बीज आएगा ओनू ते असीं वापस लिया नहीं सकते और उस टाइम ऐसे हालात बने होने शायद अगर वो एक्सपोज ना होंदियां चीजां सानू और जिहड़े एक दो इंसीडेंट्स होर वायरल होण शायद उन्हां दा भी नहीं पता चलदा क्योंकि हर चीज तो इंसान कोई सिखदा है ਤੇ ਹਾਂ ਆਉਣ ਵਾਲੇ ਸਮੇਂ 'ਚ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਕੋਈ ਐਸੀ ਗੱਲ ਹੁੰਦੀ ਹੈ ਤੇ ਸਾਨੂੰ ਉਸਨੂੰ ਹਾਈਲਾਈਟ ਕਰਨ ਤੋਂ ਬੈਟਰ ਹੈ ਕਿ ਜਿਹੜੇ ਸਾਡੇ ਕੌਮ ਦੇ ਨੁਮਾਇੰਦਾਰ ਹਨ ਜਿਹੜੇ ਉਮੀਦਵਾਰ ਬੰਦੇ ਹਨ ਜਾਂ ਜੋ ਵੀ ਸਮਝਦਾਰ ਲੋਕ ਹਨ ਸੁਸਾਇਟੀ ਵਿੱਚ ਵਿਚਰਦੇ ਨੇ ਜਿਨ੍ਹਾਂ ਨੂੰ ਐਕਸਪੋਜ਼ਰ ਹੈ ਸੋਸ਼ਲ ਸਰਵਿਸ ਕਰ ਸਕਦੇ ਨੇ ਬੈਠ ਕੇ ਉਹਨਾਂ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ ਜਾਂ ਉਸ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਦੇ ਹਾਂ ਪਰ ਰਮਨ ਕਿਧਰੇ ਨਾ ਕਿਧਰੇ ਅਗਰ ਅਸੀਂ ਚੀਜ਼ਾਂ ਸਾਡੀਆਂ ਚਾਰ ਦੀਵਾਰੀ ਦੇ ਅੰਦਰ ਰਹਿਣਗੀਆਂ ਨਾ ਤੇ ਸਾਡੀ ਐਡਮਿਨਿਸਟ੍ਰੇਸ਼ਨ ਤੇ ਸਾਡੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਉਹਨਾਂ ਨੂੰ ਉਹ ਕਿਸ ਤਰ੍ਹਾਂ ਸਟ੍ਰਿਕਟ ਐਕਸ਼ਨ ਲੈਣਗੇ ਕਿਉਂਕਿ ਅਗਰ ਇੱਕ ਚਾਰ ਦੀਵਾਰੀ ਦੇ ਅੰਦਰ ਆ ਅਸੀਂ ਤੇ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ ਨਾ ਮੈਂ ਦੇ ਸਕਦੀ ਹਾਂ ਤੇ ਨਾ ਤੁਸੀਂ ਦੇ ਸਕਦੇ ਹੋ ਕਰਨ ਵਾਲੀ ਤੇ ਸਾਡੀ ਐਡਮਿਨਿਸਟ੍ਰੇਸ਼ਨ ਹੈ ਤੇ ਗਵਰਨਮੈਂਟ ਹੈ ਤੇ ਸੋ ਕਹਿਣ ਦਾ ਭਾਵ ਹੈ ਜਦੋਂ ਤੱਕ ਸਾਡੀ ਗਵਰਨਮੈਂਟ ਦੇ ਕੰਨ ਅੱਖਾਂ ਖੁੱਲਣਗੀਆਂ ਨਹੀਂ ਕਿ ਸਾਡੇ ਜੰਮੂ ਕਸ਼ਮੀਰ 'ਚ ਕੀ ਹੋ ਰਿਹਾ ਹੈ ਸਾਡੀ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਹੈ ਕਿੱਥੇ ਕਿੱਥੇ ਸਾਨੂੰ ਕੰਮ ਕਰਨ ਦੀ ਲੋੜ ਹੈ ਕਿੱਥੇ ਕਿੱਥੇ ਸਾਡੀਆਂ ਖਾਮੀਆਂ ਰਹਿ ਗਈਆਂ ਨੇ ਤੇ ਉਹ ਅਗਰ ਜ਼ਿਆਦਾ ਕੰਮ ਕਰਨਗੇ ਨਾ ਕੰਮ ਉਹਨਾਂ ਨੇ ਕਰਨਾ ਹੈ ਮੈਂ ਤੇ ਤੁਸੀਂ ਇੱਕ ਆਵਾਜ਼ ਬਣ ਸਕਦੇ ਆ ਆਪਣੀ ਰਾਏ ਦੇ ਸਕਦੇ ਆ ਆਪਣੀ ਜਿਹੜੀ ਤਕਲੀਫ ਪਰੇਸ਼ਾਨੀ ਹੈ ਉਹ ਦੱਸ ਸਕਦੇ ਆ ਪਰ ਕੰਮ ਉਹਨਾਂ ਨੇ ਕਰਨਾ ਹੈ ਕਿਧਰੇ ਨਾ ਕਿਧਰੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਉਹਨਾਂ ਦਾ ਹੈ ਕਿ ਉਹ ਅੱਗੇ ਤੋਂ ਐਸੀ ਵਾਰਦਾਤਾਂ ਸਾਡੇ ਸਮਾਜ ਵਿੱਚ ਨਾ ਹੋਣ ਅਗਰ ਹੁੰਦੀਆਂ ਵੀ ਹਨ ਜਿਹੜੇ ਉਹਨਾਂ ਦੇ ਕਲਪਰੇਟਸ ਹਨ ਉਹਨਾਂ ਨੂੰ ਸਟ੍ਰਿਕਟ ਤੋਂ ਸਟ੍ਰਿਕਟ ਪਨਿਸ਼ਮੈਂਟ ਦੇਣ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਿ ਹੁਣ ਅੱਗੇ ਤੋਂ ਪ੍ਰਸ਼ਾਸਨ ਵੀ ਹੈ ਜਿਹੜਾ ਜਾਂ ਕੋਈ ਵੀ ਇਨਸਾਨ ਅਜਿਹਾ ਕੰਮ ਕਰੇਗਾ ਤਾਂ ਉਸਨੂੰ ਇਹ ਲੱਗੇਗਾ ਕਿ 100 ਵਾਰੀ ਕੀ ਹਜ਼ਾਰਾਂ ਵਾਰੀ ਸੋਚਣਾ ਪਵੇਗਾ ਕਿ ਸ਼ਾਇਦ ਜੋ ਇੰਨਾ ਜ਼ਿਆਦਾ ਜੋ ਵੀ ਇਹ ਗੱਲ ਹੋਈ ਹੈ ਉਸ ਤੋਂ ਕੋਈ ਨਾ ਕੋਈ ਸੇਧ ਤਾਂ ਸਮਾਜ ਜ਼ਰੂਰ ਲਵੇਗਾ ਹੀ ਲਵੇਗਾ ਔਰ ਲੈਣੀ ਵੀ ਚਾਹੀਦੀ ਹੈ ਕਿ ਸਾਡਾ ਜਿਹੜਾ ਆਪਸ ਦਾ ਭਾਈਚਾਰਾ ਵਾ ਜਿਹੜਾ ਅਸੀਂ ਆਪਸ ਦੇ ਵਿੱਚ ਸਮਾਜ ਦੇ ਵਿੱਚ ਰਹਿ ਰਹੇ ਹਾਂ ਉਹ ਖਰਾਬ ਨਾ ਹੋਵੇ ਲੇਕਿਨ ਕੁਝ ਵਿੱਚ ਸ਼ਰਾਰਤੀ ਲੋਕ ਵੀ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਗੱਲ ਇਹ ਹੈ ਕਿ ਜਿੱਦਾਂ ਮੈਂ ਆਪਾਂ ਗੱਲ ਦੀ ਸ਼ੁਰੂਆਤ ਵੀ ਇਹੀ ਕੀਤੀ ਸੀਗੀ ਕਿ ਜਿੰਨੀ ਦੇਰ ਤੱਕ ਦੇਖੋ ਮੈਂ ਮਤਲਬ ਮੇਰੀ ਪਰਸਨਲ ਸੋਚ ਇਹ ਕਹਿੰਦੀ ਹੈ ਕਿ ਜਦੋਂ ਆਪਾਂ ਅਗਰ ਬੱਚੇ ਦਾ ਮਤਲਬ ਨੀ ਇੰਨੀ ਕਮਜ਼ੋਰ ਮਤਲਬ ਮਜ਼ਬੂਤ ਕਰ ਦਈਏ ਕਿ ਜੇਕਰ ਬੱਚਾ ਕਹਿੰਦੇ ਨੇ ਨਾ ਕਿ ਅਗਰ 100 ਜਾਣਿਆਂ ਦੇ ਵਿੱਚ ਵੀ 100 ਐਬੀਆਂ ਦੇ ਵਿੱਚ ਵੀ ਬੈਠਾ ਹੋਵੇ ਲੇਕਿਨ ਜਦੋਂ ਇੱਕ ਮਾਂ ਨੂੰ ਪਤਾ ਹੁੰਦਾ ਕਿ ਮੈਂ ਬੱਚੇ ਨੂੰ ਕੀ ਸਿਖਾਇਆ ਬੱਚਾ ਕਦੀ ਮੇਰਾ ਡੋਲੇਗਾ ਨਹੀਂ ਮੇਰਾ ਬੱਚਾ ਕਿਉਂਕਿ ਦੇਖੋ ਜੋ ਸਾਡੇ ਗੁਰੂਆਂ ਨੇ ਜੋ ਸਾਡੀਆਂ ਜਿਹੜੀਆਂ ਬੀਬੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਦਿੱਤੀਆਂ ਨੇ ਆਪਣੇ ਬੱਚਿਆਂ ਦੀ ਆਪਣੀਆਂ ਅੱਖਾਂ ਦੇ ਸਾਹਮਣੇ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੰਨਾ ਮਜ਼ਬੂਤ ਕੀਤਾ ਹੋਣਾ ਪਰ ਅੱਜ ਕੱਲ ਤੇ ਸਾਡੇ ਕੋਲ ਕਿੰਨਾ ਕੁਝ ਟੈਕਨੋਲੋਜੀ ਹੈ ਕਿੰਨੀ ਸਾਡੇ ਕੋਲੇ ਵਧੀਆ ਵਧੀਆ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਅਗਰ ਅਸੀਂ ਬੱਚਿਆਂ ਨੂੰ ਫੋਨਾਂ ਦੇ ਉੱਤੇ ਇੰਨਾ ਕੁਝ ਸਿਖਾਉਂਦੇ ਹਾਂ ਅਗਰ ਅਸੀਂ ਉਹਨੂੰ ਕਹਿੰਦੇ ਹਾਂ ਕਿ ਸਟੱਡੀ ਦੇ ਨਾਲ ਰਿਲੇਟਡ ਤੁਸੀਂ ਇਹ ਚੀਜ਼ਾਂ ਸਿੱਖੋ ਜਾਂ ਇੰਨੇ ਤੁਸੀਂ 90% ਜਾਂ 99 ਤੁਸੀਂ ਅਬਵ ਲੈ ਕੇ ਆਉਣੇ ਨੇ ਤਾਂ ਫਿਰ ਅਸੀਂ ਬੱਚਿਆਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਮਤਲਬ ਕਿ ਇਸ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਸਟਾਰਟਿੰਗ ਦੇ ਵਿੱਚੋਂ ਹੀ ਗੁਰਬਾਣੀ ਦੇ ਨਾਲ ਜੋੜ ਦਿਓ ਉਸ ਤੋਂ ਬਾਅਦ ਬੱਚੇ ਨੂੰ ਕੀਰਤਨ ਦੇ ਨਾਲ ਜੋੜ ਦਿਓ ਉਸ ਤੋਂ ਬਾਅਦ ਬੱਚੇ ਨੂੰ ਤੁਸੀਂ ਬਿਜ਼ੀ ਏਦਾਂ ਰੱਖੋ ਗੁਰਦੁਆਰਾ ਸਾਹਿਬ ਦੇ ਨਾਲ ਇੰਨੀ ਕੁ ਜਾਨ ਪਾ ਦੇਵੋ ਕਿ ਬੱਚਾ ਮਤਲਬ ਇਹ ਸੋਚੇ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਅਗਰ ਮੈਂ ਗੁਰਦੁਆਰੇ ਨਹੀਂ ਜਾਵਾਂਗਾ ਤਾਂ ਸ਼ਾਇਦ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੋ ਸਕਦੀ ਤਾਂ ਤੁਸੀਂ ਕੀ ਕਹਿੰਦੇ ਹੋ ਹਾਂਜੀ ਰਮਨ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਹੁਣ ਮੇਰੀ ਆਵਾਜ਼ ਆ ਰਹੀ ਹੈ ਤੁਹਾਡਾ ਮਾਈਕ ਮਿਊਟ ਹੋ ਹਾਂਜੀ ਹਾਂਜੀ ਰਮਨ ਜੀ ਬਿਲਕੁਲ ਜਿੱਦਾਂ ਆਪਾਂ ਇਹ ਗੱਲ ਕੀਤੀ ਹੈ ਕਿ
ਮੈਂ ਪਹਿਲਾਂ ਵੀ ਕਿਹਾ ਕਿ ਚਲੋ ਇੱਕ ਪਾਸਾ ਇਹ ਹੋ ਗਿਆ ਕਿ ਪ੍ਰਸ਼ਾਸਨ ਨੂੰ ਹੁਣ ਪਤਾ ਲੱਗ ਗਿਆ, ਸਮਾਜ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਅਜਿਹੀਆਂ ਗਲਤੀਆਂ ਸਾਡੇ ਸਮਾਜ ਦੇ ਵਿੱਚ ਲੋਕ ਕਰਨ ਤੋਂ ਪਹਿਲਾਂ 100 ਵਾਰੀ, ਹਜ਼ਾਰਾਂ ਵਾਰੀ ਸੋਚਣਗੇ। ਪਰ ਇੱਥੇ ਗੱਲ ਇਹੀ ਆ ਕਿ ਆਪਣੇ ਬੱਚਿਆਂ ਨੂੰ ਸੇਧ ਦੇਣੀ ਕਿੰਨੀ ਜ਼ਰੂਰੀ ਹੈ। ਆਪਣੇ ਬੱਚੇ ਦੇ, ਜਿੱਦਾਂ ਆਪਾਂ ਕਹੀਏ ਕਿ ਸਾਨੂੰ ਬੱਚੇ ਨੂੰ ਧਰਮ ਦੇ ਵਿੱਚ ਪੂਰਾ ਕਿੰਨਾ ਕਰਨਾ ਜ਼ਰੂਰੀ ਹੈ। ਦੇਖੋ ਰਮਨ, ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਸਟਰੋਂਗ ਨਹੀਂ ਬਣਾਵਾਂਗੇ ਨਾ, ਆਪਣੇ ਕਲਚਰ ਨਾਲ ਜੋੜਾਂਗੇ ਨੇ, ਤੇ ਕਿਤੇ ਨਾ ਕਿਤੇ ਤੇ ਸਾਡੀ ਖਾਮੀਆਂ ਨੇ ਨਾ। ਜਦੋਂ ਤੱਕ ਸਾਡੇ ਜੀ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਸਾਡੇ ਗੁਰੂਆਂ ਨੇ ਕੀ ਕੀਤਾ ਆਪਣੇ ਧਰਮ ਲਈ, ਸਾਡੀਆਂ ਮਾਵਾਂ ਦਾਦੀਆਂ ਨੇ ਕੀ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਪਾਲਿਆ ਔਰ ਕੀ ਸੰਸਕਾਰ ਸਨ, ਛੋਟੇ ਛੋਟੇ ਬੱਚੇ ਸ਼ਹੀਦ ਹੋ ਗਏ ਆਪਣੀ ਕੌਮ ਲਈ, ਤੇ ਉਹ ਵੀ ਤੇ ਸਾਡੇ ਹੀ ਬੱਚੇ ਸੀ ਨਾ, ਸਾਡੇ ਜੈਸੇ ਉਹਨਾਂ ਦੇ ਸਿੱਖਣੀਆਂ ਪੈਣਗੀਆਂ ਤੇ ਅੱਗੇ ਆਪਣੇ ਬੱਚਿਆਂ ਨੂੰ ਦੇਣੀ ਪੈਣਗੀਆਂ। ਔਰ ਕਿਧਰੇ ਨਾ ਕਿਧਰੇ ਮੇਰਾ ਇਹ ਵੀ ਮੰਨਣਾ ਹੈ ਕਿ ਜਿਹੜੇ ਸਾਡੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸਟੇਟ ਦੀ ਹੈ, ਤੇ ਕਿਧਰੇ ਨਾ ਕਿਧਰੇ ਉਹ ਵੀ ਅਵੇਅਰਨੈਸ ਕੈਂਪ ਲਗਾਉਣ, ਜਿੱਥੇ ਕੋਈ ਸਮਾਗਮ ਹੁੰਦੇ ਨੇ ਉੱਥੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਏ। ਹੋਰ ਵੀ ਬੜੇ ਪ੍ਰਚਾਰ ਹੁੰਦੇ ਨੇ, ਉੱਥੇ ਵੀ ਇਹਨਾਂ ਚੀਜ਼ਾਂ ਨੂੰ ਡਿਸਕਸ ਕੀਤਾ ਜਾਏ ਕਿ ਸਾਡੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ, ਸਾਡੇ ਬੱਚਿਆਂ ਦਾ ਟਰੈਕ ਕੀ ਹੈ। ਔਰ ਮੈਨੂੰ ਇਹ ਵੀ ਲੱਗਦਾ ਹੈ ਰਮਨ ਕਿ ਕੋਈ ਵੀ ਧਰਮ ਇਹ ਚੀਜ਼ਾਂ ਨਹੀਂ ਸਿਖਾਉਂਦਾ ਕਿ ਗਲਤ ਬਿਲਕੁਲ ਕਰੋ ਕਿਸੇ ਨਾਲ। ਉਹ ਜੋ ਵੀ ਇੱਕ ਇਨਸਾਨ ਕਰਦਾ ਹੈ ਉਹ ਆਪਣੇ ਮਾਈਂਡ ਸੈਟਅਪ ਤੋਂ ਕਰਦਾ ਹੈ, ਔਰ ਜਿਸ ਤਰ੍ਹਾਂ ਦੇ ਉਸਨੂੰ ਸਟਾਰਟਿੰਗ ਤੋਂ ਸੰਸਕਾਰ ਮਿਲੇ ਹੋਣਗੇ ਉਹ ਉਹਨਾਂ ਉੱਪਰ ਚੱਲਦਾ ਹੈ। ਤੇ ਆ ਜਾ ਕੇ ਮੈਨੂੰ ਲੱਗਦਾ ਹੈ ਕਿ ਸਾਡੇ ਸਾਰਿਆਂ ਦਾ ਹੀ ਰੋਲ ਬਣਦਾ ਹੈ। ਅਗਰ ਸੁਸਾਇਟੀ ਵਿੱਚ ਕੁਝ ਵੀ ਗਲਤ ਹੁੰਦਾ ਹੈ, ਮਾਪਿਓ ਦੀ ਵੀ ਬਿਲਕੁਲ ਸਿੱਖਿਆ ਮੈਟਰ ਕਰਦੀ ਹੈ, ਸਕੂਲ ਵੀ ਮੈਟਰ ਕਰਦਾ ਹੈ, ਸਮਾਜ ਵਿੱਚ ਜਿਹੜੇ ਵਿਚਰਦੇ ਲੋਕ ਹਨ, ਰਿਪਿਊਟਡ ਲੋਕ ਹਨ, ਜਿਹੜੇ ਰਿਸਪੌਂਸਿਬਿਲਟੀਆਂ ਜਿਨ੍ਹਾਂ ਨੇ ਸੰਭਾਲੀਆਂ ਹੋਈਆਂ ਨੇ, ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਹਰ ਚੀਜ਼ ਦੀ ਅਵੇਅਰਨੈਸ ਦਿੱਤੀ ਜਾਏ, ਬੱਚਿਆਂ ਦੇ ਕੰਨ ਵਿੱਚ ਪਿਆ ਜਾਏ ਕਿ ਅਸੀਂ ਕਿੱਥੇ ਸਟੈਂਡ ਕਰਨਾ ਹੈ, ਸਾਡੇ ਗੁਰੂਆਂ ਨੇ ਕੀ ਕੀਤਾ ਹੈ, ਅਸੀਂ ਅੱਗੇ ਕੀ ਕਰਨਾ ਹੈ। ਤਾਂ ਰਲ ਮਿਲ ਕੇ ਬਿਲਕੁਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਇੱਕ ਹੋ ਕੇ ਇੱਕ ਟਰੈਕ ਉੱਪਰ ਚੱਲਣਾ ਪਏਗਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਕਿਉਂਕਿ ਦੇਖੋ ਅਸੀਂ ਕਿਸੇ ਨੂੰ ਇਹ ਨਹੀਂ ਕਵਾਂਗੇ ਕਿ ਤੁਸੀਂ ਸਾਡੇ ਧਰਮ ਦੇ ਬਾਰੇ ਸਿੱਖੋ ਜਾਂ ਦੂਸਰੇ ਧਰਮ ਦੇ ਬਾਰੇ ਸਿੱਖੋ। ਸਾਡਾ ਤਾਂ ਬੱਚਾ ਸਾਡੇ ਧਰਮ ਦੇ ਵਿੱਚ ਪੈਦਾ ਹੋਇਆ, ਅਸੀਂ ਤਾਂ ਸਿਰਫ ਇੰਨਾ ਜਿਹਾ ਕੰਮ ਕਰਨਾ ਹੈ, ਸਿਰਫ ਸਾਡੀ ਇੰਨੀ ਕੁ ਸਮਾਜ ਦੇ ਵਿੱਚ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਬੱਚੇ ਨੂੰ ਆਪਣੇ ਧਰਮ ਦੇ ਵਿੱਚ ਪੂਰਾ ਕਰੀਏ। ਸਿਰਫ ਹਰ ਜੀ ਇੱਕ ਧਰਮ ਦਾ ਇਹ ਫਰਜ਼ ਹੀ ਆਪਾਂ ਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਹੈ, ਤਾਂ ਸ਼ਾਇਦ ਸਾਨੂੰ ਹੁਣ ਇੱਥੇ ਇੱਕ ਨਵੀਂ ਸੇਧ ਵੀ ਮਿਲ ਜਾਏਗੀ ਕਿ ਜੀ ਮਤਲਬ ਸਾਨੂੰ ਕਿੰਨਾ ਜ਼ਰੂਰੀ ਹੈ। ਮਤਲਬ ਬਹੁਤ ਸਾਰੇ ਮੈਂ ਏਦਾਂ ਦੇ ਪੇਰੈਂਟਸ ਦੇਖੇ ਨੇ ਕਿ ਜਿਹੜੇ ਹੁਣ ਪੇਰੈਂਟਸ ਦੇ ਦਿਮਾਗ ਦੇ ਵਿੱਚ ਸੋਚ ਰਹੇ ਨੇ ਕਿ ਅਗਰ ਸਾਡਾ ਬੱਚਾ ਹੁਣ ਫ੍ਰੀ ਹੈ ਤੇ ਉਸਨੂੰ ਅਸੀਂ ਮਤਲਬ ਕਿ ਇਸ ਦੇ ਬਾਅਦ, ਇਸ ਘਟਨਾ ਦੇ ਬਾਅਦ ਵੀ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਅੰਦਰ, ਜ਼ਹਿਨ ਦੇ ਅੰਦਰ ਇਹ ਗੱਲ ਆਈ ਹੈ ਕਿ ਬੱਚੇ ਨੂੰ ਅਸੀਂ ਕੀਰਤਨ ਸਿਖਾਈਏ, ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਿਹੜਾ ਗੁਰਬਾਣੀ ਦੀ ਪਾਠ ਦੀ ਸੰਥਿਆ ਲੈਣ, ਬੱਚੇ ਜ਼ਿਆਦਾ ਤੋਂ ਜ਼ਿਆਦਾ ਗੁਰੂ ਘਰ ਦੇ ਨਾਲ ਜੁੜਨ ਕਿ ਕੱਲ ਨੂੰ ਅਜਿਹੇ ਹਾਲਾਤ ਪੈਦਾ ਹੀ ਨਾ ਹੋਣ। ਮਤਲਬ ਅਜਿਹੀ ਚੀਜ਼ ਕੋਈ ਪੈਦਾ ਹੋ, ਅਜਿਹਾ ਕੁਝ ਹੋਏ ਨਾ, ਬਸ ਅਸੀਂ ਸਾਰੇ ਆਪਣੇ ਧਰਮ ਦੇ ਪ੍ਰਤੀ, ਹਰ ਇੱਕ ਧਰਮ ਦੇ ਪ੍ਰਤੀ ਸ਼ਰਧਾ ਰੱਖੀਏ ਤੇ ਆਪਣੇ ਧਰਮ ਦੇ ਵਿੱਚ ਪੂਰੇ ਰਹੀਏ। ਬਿਲਕੁਲ ਤਾਂ ਬਿਲਕੁਲ ਬਿਲਕੁਲ। ਬਿਲਕੁਲ ਤੁਸੀਂ ਵੀ ਬਹੁਤ ਵਧੀਆ ਆਪਣੇ ਸੁਝਾਅ ਰੱਖੇ ਨੇ, ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਜਾਣ ਕੇ ਵੀ ਸਾਨੂੰ। ਔਰ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਤੁਹਾਡਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਮਾਂ ਕੱਢਿਆ। ਔਰ ਅਸੀਂ ਦੇਖਦੇ ਹਾਂ ਜਦੋਂ ਵੀ ਸਮਾਜ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਉਸਨੂੰ ਤੁਸੀਂ ਜਿਹੜਾ ਮੂਹਰੇ ਆ ਕੇ ਆਪਣੇ ਤੌਰ ਦੇ ਉੱਤੇ ਉਸ ਗੱਲ ਨੂੰ ਰੱਖ ਦਿਓ ਸਮਾਜ ਦੇ ਵਿੱਚ। ਜਿੱਦਾਂ ਅਸੀਂ ਦੇਖਿਆ ਕਿ ਪਰਸੋਂ ਦੀ ਜਿਹੜੀ ਘਟਨਾ ਵਾਪਰੀ ਆ ਉਹਦੇ ਤੇ ਵੀ ਤੁਸੀਂ ਸਮਾਜ ਦੇ ਵਿੱਚ ਬਾਹਰ ਨਿਕਲੇ, ਪ੍ਰੋਟੈਸਟ ਦੇ ਰੂਪ ਵਿੱਚ ਆਪਣੀ ਆਵਾਜ਼ ਚੁੱਕੀ। ਅੱਜ ਵੀ ਚਾਹੇ ਉਹ ਜਿੱਦਾਂ ਕਿ ਅੱਜ ਵੀ ਇੱਕ ਬੇਟੀ ਦੇ ਨਾਲ ਜਿਹੜੀ ਕੱਲ ਗੱਲ ਹੋਈ ਹੈ, ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰਦੀਆਂ ਨੇ ਕੁੜੀਆਂ, ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੀ ਇੱਕ ਧੀ ਸਾਡੀ ਸਿੱਖ ਧਰਮ ਦੇ ਨਾਲ, ਕਿਉਂਕਿ ਅਸੀਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਸਭ ਦੀਆਂ ਸਾਂਝੀਆਂ ਨੇ। ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਉਹਦੇ ਲਈ ਵੀ ਆਵਾਜ਼ ਬੁਲੰਦ ਕੀਤੀ ਹੈ, ਤਾਂ ਉਹਦੇ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਮਾਜ ਦੇ ਵਿੱਚ ਹਮੇਸ਼ਾ ਹੀ ਸਮਾਜ ਦੇ ਲਈ ਇੱਕ ਸੁਨੇਹਾ ਜ਼ਰੂਰ ਦਿੰਦੇ ਹੋ। ਤੇ ਬਹੁਤ ਬਹੁਤ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ। ਤੁਹਾਡੇ ਰਾਹੀਂ ਕੋਈ ਮੈਸੇਜ ਤੁਸੀਂ ਸਾਡੇ ਦਰਸ਼ਕਾਂ ਨੂੰ ਜੀ ਦੇਣਾ ਚਾਹੁੰਦੇ ਹੋ? ਹਾਂ, ਮੇਰਾ ਮੈਸੇਜ ਇਹੀ ਹੈ, ਜਿਹੜੇ ਵੀ ਡਿਸਕਸ਼ਨ ਅਸੀਂ ਕੀਤੀ ਸ਼ਾਇਦ ਸਾਡੇ ਕੁਝ ਵਿਊਜ਼ ਨੂੰ ਅੱਛੀ ਨਾ ਲੱਗੀ ਹੋਏ, ਬਟ ਇੱਕ ਅਸੀਂ ਰਿਐਲਿਟੀ ਦੀ ਗੱਲ ਕੀਤੀ ਹੈ, ਸੱਚਾਈ ਦੀ ਗੱਲ ਕੀਤੀ ਹੈ। ਉਹ ਇਹੀ ਕਮੀਆਂ ਨੇ ਜੋ ਅਸੀਂ ਸੁਸਾਇਟੀ ਵਿੱਚ ਜਦੋਂ ਸਾਨੂੰ ਕੋਈ ਨੁਕਸਾਨ ਹੁੰਦਾ ਤੇ ਦੇਖਣ ਨੂੰ ਮਿਲਦੀਆਂ ਨੇ। ਸੋ ਅਸੀਂ ਇਹ ਕਿਸੇ ਨੂੰ ਡਿਮੋਰਲਾਈਜ਼ ਜਾਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਹੇ, ਸਿਰਫ ਇੱਕ ਹਕੀਕਤ ਬਿਆਨ ਕਰ ਰਹੇ ਨੇ। ਸ਼ਾਇਦ ਮੇਰੇ ਵਿੱਚ ਵੀ ਕਮੀਆਂ ਹੋਣਗੀਆਂ, ਅਸੀਂ ਇਹਨਾਂ ਚੀਜ਼ਾਂ ਬਿਲਕੁਲ ਤੋਂ ਹੀ ਸਿੱਖ ਕੇ ਅੱਗੇ ਤੋਂ ਚੱਲਣਾ ਹੈ। ਔਰ ਕਿਧਰੇ ਨਾ ਕਿਧਰੇ ਸਾਡੀ, ਮੇਰਾ ਇਹ ਮੈਸੇਜ ਹੈ ਕਿ ਸਾਡੀ ਜੁਡੀਸ਼ੀਅਰੀ ਨੂੰ ਵੀ ਸਟਰੋਂਗ ਹੋਣਾ ਪਏਗਾ, ਤਾਂ ਹੀ ਅਸੀਂ ਇਹਨਾਂ ਮਸਲਿਆਂ ਨਾਲ ਲੜ ਪਾਂਗੇ। ਬਿਲਕੁਲ। ਔਰ ਜਿੱਦਾਂ ਤੁਸੀਂ ਕਿਹਾ ਕਿ ਕਮੀਆਂ ਤੁਹਾਡੇ 'ਚ ਵੀ ਹੋ ਸਕਦੀਆਂ ਨੇ, ਅਗਰ ਮੈਂ ਆਪਣਾ ਪਰਸਨਲ ਪੁਆਇੰਟ ਆਫ ਵਿਊ ਤੁਹਾਡੇ ਨਾਲ ਸਾਂਝਾ ਕਰਾਂ, ਅਗਰ ਮੈਂ ਆਪਣਾ ਮਤਲਬ ਜੋ 2-3 ਦਿਨਾਂ ਤੋਂ ਪਿੱਛੇ ਹੋਇਆ ਤੇ ਉਸਦੇ ਵਿੱਚ ਇੱਕ ਮੇਰੇ 'ਚ ਵੀ ਇਹ ਬਦਲਾਅ ਆਇਆ ਕਿ ਮੈਨੂੰ ਲੱਗਿਆ
ਕਿ ਮੇਰਾ ਛੋਟਾ ਬੇਟਾ ਹੈ, ਮੈਨੂੰ ਲੱਗਿਆ ਕਿ ਮੈਂ ਜਲਦੀ ਤੋਂ ਜਲਦੀ ਉਹਦੀਆਂ ਜਿਹੜੀਆਂ ਉਹਨੂੰ ਹਾਰਮੋਨੀਅਮ, ਉਹਨੂੰ ਗੁਰਬਾਣੀ ਕੀਰਤਨ ਦੇ ਨਾਲ ਜਲਦੀ ਤੋਂ ਜਲਦੀ ਜੋੜਾਂ, ਕਿ ਮੈਨੂੰ ਲੱਗਿਆ ਕੋਈ ਬੱਚੇ ਨੂੰ ਸੰਥਿਆ ਦੇਣ ਵਾਲਾ ਮੈਨੂੰ ਮਿਲ ਜਾਏ ਕਿ ਜਲਦੀ ਤੋਂ ਜਲਦੀ ਉਹ ਗੁਰਬਾਣੀ ਦੇ ਨਾਲ ਜੁੜੇ। ਦੇਖੋ ਕਿੰਨਾ ਕੁਝ ਸਾਡੀਆਂ ਮਾਵਾਂ ਨੂੰ ਵੀ ਫਿਕਰ ਪਈ ਨਾ, ਸਾਡੇ ਦਿਮਾਗ ਦੇ ਵਿੱਚ ਵੀ ਆਇਆ ਕਿ ਸ਼ਾਇਦ ਇਹ ਘਟਨਾ ਸਾਡੇ ਕਰਕੇ ਅੱਗੇ ਨਾ ਵਾਪਰੇ, ਅਸੀਂ ਆਪਣੀ ਜ਼ਿੰਮੇਵਾਰੀ ਚੁੱਕ ਲਈਏ। ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਐਟਲੀਸਟ ਉਹ ਤਾਂ ਚੁੱਕ ਲਈਏ ਕਿ ਸਮਾਜ ਦੇ ਵਿੱਚ। ਬਿਲਕੁਲ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਆਪਣੀ ਜਿਹੜੀ ਜਾਣਕਾਰੀ, ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।